ਸਾਡੀਆਂ ਬੈਂਕਾਂ ਦੀਆਂ ਕਿਸ਼ਤਾਂ ਵੀ ਅਸੀਂ ਦੇਣੀਆਂ ਸਾਡੀਆਂ ਬਿਲਕੁਲ ਮੁਸ਼ਕਿਲ ਹੋ ਗਈਆਂ। ਸਾਨੂੰ ਬੈਂਕਾਂ ਦੇ ਨੋਟਿਸ ਆਉਣੇ ਸ਼ੁਰੂ ਹੋ ਗਏ। ਨੁਕਸਾਨ ਤੇ ਸਾਨੂੰ ਕਮ ਸੇ ਕਮ 75% ਮੈਡਮ ਜੀ ਨੁਕਸਾਨ ਹੈਗਾ। ਤੀਸਰਾ ਝਟਕਾ ਹੋ ਗਿਆ। ਹੁਣ ਤਾਂ ਸਾਨੂੰ ਲੱਗਦਾ ਕਿ ਅਸੀਂ ਦੁਬਾਰਾ ਉੱਠ ਹੀ ਨਹੀਂ ਪਾਉਂਗੇ। ਸਰਕਾਰ ਵੱਲੋਂ ਕੁਝ ਨਾ ਅੱਗੇ ਮਿਲਿਆ ਨਾ ਹੁਣ ਅੱਗੋਂ ਮਿਲੇਗਾ। ਸੰਡੇ ਕਲੋਜ਼, ਰਾਤ ਨੂੰ 9 ਵਜੇ ਬੰਦ, ਇਹ ਸਾਡੇ ਲਈ ਤਾਂ ਕੰਪਲੀਟ ਲੋਕਡਾਊਨ ਹੋ ਗਿਆ। ਨੁਕਸਾਨ ਚੱਲਣਾ ਪੈ ਰਿਹਾ। ਲੋਕਾਂ ਨੇ ਕਿਸ਼ਤਾਂ ਦੇਣੀਆਂ, ਲੋਨ ਲਏ ਆ, ਲੋਕ ਦੁਕਾਨਦਾਰਾਂ ਨੇ ਸਾਰਿਆਂ ਨੇ, ਉਹ ਕਿਸ਼ਤਾਂ ਕਿੱਥੋਂ ਭਰਨੀਆਂ ਇਹੀ ਨਹੀਂ ਸਮਝ ਲੱਗ ਰਿਹਾ। ਸਰਕਾਰ ਕੋਈ ਮਦਦ ਨਹੀਂ ਕਰ ਰਹੀ, ਸਰਕਾਰ ਸਿਰਫ ਲੋਕਡਾਊਨ ਕਰ ਰਹੀ ਆ। ਪਿਛਲੇ ਜਿੰਨੇ ਲੋਕਡਾਊਨ ਹੋਏ ਆ ਅੱਜ ਤੱਕ ਸਰਕਾਰ ਨੇ ਸਾਨੂੰ ਕੋਈ ਵੀ ਸਹਾਇਤਾ ਨਹੀਂ ਦਿੱਤੀ। ਨਹੀਂ, ਮੈਂ ਤਾਂ ਕਹਿੰਦਾ ਸਾਡੇ ਕੋਲ ਚਾਬੀਆਂ ਲੈ ਲਓ, ਕੋਲ ਰੱਖ ਲਓ, ਅਸੀਂ ਤਾਂ ਪਹਿਲਾਂ ਹੀ ਬੰਦ ਆ, ਮਰਿਆਂ ਨੂੰ ਕੀ ਮਾਰਨਾ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਨੈਨਾ। ਹਮੇਸ਼ਾ ਹੀ ਸਾਂਝ ਟੀਵੀ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਸ਼ਹਿਰਾਂ ਮੁਹੱਲਿਆਂ ਤੇ ਪਿੰਡਾਂ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਨਸ਼ਰ ਕੀਤਾ ਜਾਵੇ। ਤੇ ਅੱਜ ਅਸੀਂ ਰੈਸਟੋਰੈਂਟ ਮਾਲਕਾਂ ਦੇ ਕੋਲ ਪਹੁੰਚੇ ਹਾਂ। ਜਿਵੇਂ ਕਿ ਸਰਕਾਰ ਨੇ ਨਿਰਦੇਸ਼ ਦਿੱਤੇ ਕਿ ਐਤਵਾਰ ਨੂੰ ਪੂਰਨ ਤੌਰ ਤੇ ਰੈਸਟੋਰੈਂਟ ਬੰਦ ਰਹਿਣਗੇ ਤੇ 9 ਵਜੇ ਤੱਕ ਜਿਹੜੀਆਂ ਸਾਰੇ ਦਿਨਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸੋ ਆਪਾਂ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ, ਰੈਸਟੋਰੈਂਟ ਮਾਲਕਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਚੀਜ਼ਾਂ ਦੇ ਕਾਰਨ ਉਹਨਾਂ ਨੂੰ ਕਿੰਨਾ ਕੁ ਨੁਕਸਾਨ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ। ਆਓ ਗੱਲਬਾਤ ਕਰਦੇ ਹਾਂ। ਸੋ ਜਿਵੇਂ ਕਿ ਸਰਕਾਰ ਵੱਲੋਂ ਕਰੋਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ। ਜੇ ਆਪਾਂ ਰੈਸਟੋਰੈਂਟ ਦੀ ਗੱਲ ਕਰੀਏ, ਕੰਪਲੀਟਲੀ ਤੌਰ ਤੇ ਜਿਹੜਾ ਕਿ ਸੰਡੇ ਵਾਲੇ ਦਿਨ ਬੰਦ ਕਰ ਦਿੱਤਾ ਗਿਆ ਹੈ। ਸੋ ਆਪਾਂ ਰੈਸਟੋਰੈਂਟ ਦੇ ਮਾਲਕ ਕੋਲ ਪਹੁੰਚੇ, ਉਹਨਾਂ ਤੋਂ ਪੁੱਛਾਂਗੇ ਕਿ ਕਿੰਨੀਆਂ ਕਿ ਜਿਹੜੀਆਂ ਦਿੱਕਤਾਂ ਆ ਰਹੀਆਂ। ਪਹਿਲਾਂ ਤਾਂ ਤੁਹਾਡਾ ਸਾਂਝ ਟੀਵੀ ਤੇ ਬਹੁਤ-ਬਹੁਤ ਸਵਾਗਤ। ਮੈਮ, ਮੈਂ ਸੈਂਟਰਲ ਟਾਊਨ 'ਚ ਸਾਡਾ NH ਢਾਬਾ ਆ ਤੇ ਸਾਨੂੰ ਇਹ ਤੀਜਾ ਝਟਕਾ ਲੱਗਾ ਹੈਗਾ। ਪਹਿਲਾ ਝਟਕਾ ਸਾਨੂੰ ਲੱਗਾ ਸੀਗਾ ਜਦੋਂ ਪੂਰਾ ਲੋਕਡਾਊਨ ਹੋ ਗਿਆ ਸੀਗਾ। ਉਸ ਵੇਲੇ ਵੀ ਜਦੋਂ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਸਾਰੇ ਬਾਜ਼ਾਰ ਵਗੈਰਾ ਵੀ ਖੁੱਲ੍ਹ ਗਏ ਸੀਗੇ, ਪਰ ਸਾਨੂੰ 2 ਮਹੀਨੇ ਬਾਅਦ ਰੈਸਟੋਰੈਂਟ ਨੂੰ ਅਲਾਉ ਕੀਤਾ ਸੀ। ਔਰ ਲੋਕੀ ਇੰਨੇ ਡਰੇ ਹੋਏ ਸੀ। 2 ਮਹੀਨੇ ਖੁੱਲ੍ਹਣ ਤੋਂ ਬਾਅਦ ਵੀ ਸਾਡੇ ਕੋਲ ਕੋਈ ਵੀ ਰੈਸਟੋਰੈਂਟ 'ਚ ਆਉਂਦਾ ਨਹੀਂ ਸੀਗਾ। ਤੇ ਦੂਸਰਾ ਝਟਕਾ ਸਾਨੂੰ ਲੱਗਾ ਜਦੋਂ ਦੀਵਾਲੀ ਤੋਂ ਬਾਅਦ ਇਹਨਾਂ ਨੇ 9:30 ਵਜੇ ਤੋਂ ਬਾਅਦ ਫਿਰ ਲੋਕਡਾਊਨ ਲਗਾ ਦਿੱਤਾ ਸੀ। ਮਸੀਂ 1 ਮਹੀਨਾ ਅਸੀਂ ਕੰਮ ਕਰਨ ਜੋਗੇ ਹੋਏ ਸੀ। ਉਦੋਂ ਫਿਰ ਸਾਨੂੰ ਹੁਣ ਇਹ ਸਾਡੇ ਲਈ ਇਹ ਤੀਸਰਾ ਝਟਕਾ ਹੋ ਗਿਆ। ਹੁਣ ਤਾਂ ਸਾਨੂੰ ਲੱਗਦਾ ਕਿ ਅਸੀਂ ਦੁਬਾਰਾ ਉੱਠ ਹੀ ਨਹੀਂ ਪਾਉਂਗੇ। ਜਿਸ ਤਰ੍ਹਾਂ ਦਾ ਸਾਨੂੰ ਇਹਨਾਂ ਨੇ ਝਟਕਾ ਦਿੱਤਾ, ਹੁਣ ਕਹਿੰਦੇ ਸੰਡੇ ਵੀ ਨਾਲ ਬੰਦ ਕਰ ਦਿੱਤਾ ਗਿਆ ਹੈ। ਰੈਸਟੋਰੈਂਟ ਲਾਈਨ 'ਚ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਮੈਕਸਿਮਮ ਕੰਮ ਹੈ ਉਹ ਸਾਨੂੰ ਰਾਤ ਨੂੰ 8 ਵਜੇ ਤੋਂ ਬਾਅਦ ਸਾਡਾ ਫੂਡ ਲਾਈਨ ਦਾ ਕੰਮ ਸ਼ੁਰੂ ਹੁੰਦਾ ਹੈਗਾ। ਵਪਾਰੀ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਪਰਿਵਾਰ ਦੇ ਨਾਲ ਸਾਡੇ ਕੋਲ 8 ਵਜੇ ਤੋਂ ਬਾਅਦ ਰੈਸਟੋਰੈਂਟ 'ਚ ਆਉਂਦੇ ਆ ਔਰ 9 ਵਜੇ ਕਹਿੰਦੇ ਬੰਦ ਕਰ ਦਿਓ। ਦਿਨ ਦੇ ਵਿੱਚ ਪੂਰਾ ਦਿਨ ਅਸੀਂ ਹਾਰਡਲੀ 20% ਕੰਮ ਕਰ ਪਾਉਂਦੇ ਹਾਂ ਤੇ ਉਸ ਤੋਂ ਬਾਅਦ ਸਾਨੂੰ ਕਹਿੰਦੇ ਬੰਦ ਕਰ ਦਿਓ। ਇਹ ਤਾਂ ਸਾਡੇ ਲਈ ਇਸ ਵੇਲੇ ਜੋ ਸਿਚੁਏਸ਼ਨ ਕਰ ਦਿੱਤੀ ਗਈ ਹੈ, ਸੰਡੇ ਕਲੋਜ਼, ਰਾਤ ਨੂੰ 9 ਵਜੇ ਬੰਦ, ਇਹ ਸਾਡੇ ਲਈ ਤਾਂ ਕੰਪਲੀਟ ਲੋਕਡਾਊਨ ਹੋ ਗਿਆ। ਅਸੀਂ ਇੰਨੀ ਮਾਰ ਪਹਿਲਾਂ ਝੱਲੀ ਹੈਗੀ ਆ, ਹੁਣ ਤਾਂ ਮੈਨੂੰ ਲੱਗਦਾ ਨਹੀਂ। ਅਸੀਂ ਤਾਂ ਸਾਡੀਆਂ ਬੈਂਕਾਂ ਦੀਆਂ ਕਿਸ਼ਤਾਂ ਵੀ ਅਸੀਂ ਦੇਣੀਆਂ ਸਾਡੀਆਂ ਬਿਲਕੁਲ ਮੁਸ਼ਕਿਲ ਹੋ ਗਈਆਂ। ਸਾਨੂੰ ਬੈਂਕਾਂ ਦੇ ਨੋਟਿਸ ਆਉਣੇ ਸ਼ੁਰੂ ਹੋ ਗਏ ਤੇ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਇਹਦੇ ਲਈ ਕੋਈ ਦੂਸਰਾ ਹੱਲ ਕੱਢਿਆ ਜਾਵੇ। ਸੰਡੇ ਨੂੰ ਸਾਨੂੰ ਬਿਲਕੁਲ ਅਲਾਉ ਕੀਤਾ ਜਾਵੇ। ਪਿਛਲੇ ਜਿੰਨੇ ਵੀ ਲੋਕਡਾਊਨ ਹੋਏ ਆ, ਰੈਸਟੋਰੈਂਟ ਨੂੰ ਕਦੀ ਵੀ ਸੰਡੇ ਨੂੰ ਬੰਦ ਨਹੀਂ ਕੀਤਾ ਗਿਆ ਸੀਗਾ। ਤੇ ਜਿਹੜੀ ਰਾਤ ਨੂੰ ਮੈਂ ਕਹਿਣਾ ਚਾਹੂੰਗਾ, ਜੇ ਕਰਫਿਊ ਵੇਲੇ ਸਵਿਗੀ ਔਰ ਜ਼ੋਮੈਟੋ ਵਾਲੇ ਮੁੰਡਿਆਂ ਨੂੰ, ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਪਾਸਿਸ ਇਸ਼ੂ ਹੋਣ ਤਾਂ ਕਿ ਉਹ ਸਾਡੀ ਡਿਲੀਵਰੀ ਚੱਲਦੀ ਰਹੇ ਕਰਫਿਊ ਦੇ ਵਿੱਚ ਵੀ, ਤੇ ਉਹ ਇੱਕ ਸਾਡੇ ਲਈ ਰਿਲੀਫ ਹੋਏਗਾ ਥੋੜ੍ਹਾ ਜਿਹਾ। ਮੈਂ ਸਰਕਾਰ ਨੂੰ ਬੇਨਤੀ ਕਰਦਾ, ਸਾਨੂੰ ਥੋੜ੍ਹਾ ਜਿਹਾ ਸਾਹ ਲੈਣ ਜੋਗੇ ਛੱਡ ਦਿਓ ਔਰ ਸੰਡੇ ਨੂੰ ਬਿਲਕੁਲ ਨਹੀਂ ਬੰਦ ਕਰਨਾ ਚਾਹੀਦਾ। ਸਾਨੂੰ ਸੰਡੇ ਵੀ ਅਲਾਉ ਹੋਣਾ ਚਾਹੀਦਾ। ਸਾਡੇ ਇੰਨੇ ਜ਼ਿਆਦਾ ਹਾਈਲੀ ਪੇਡ ਸਟਾਫ ਹੈ, ਅਸੀਂ ਇਹਨਾਂ ਦੇ ਖਰਚੇ, ਸਾਡੇ ਰਨਿੰਗ ਖਰਚੇ ਬਹੁਤ ਜ਼ਿਆਦਾ ਆ ਔਰ ਜਿਨ੍ਹਾਂ ਨੂੰ ਅਸੀਂ ਨਹੀਂ ਚੱਲ ਸਕਦੇ। ਹਾਈਲੀ ਪੇਡ ਸਟਾਫ ਹੈਗਾ। ਸਾਡੇ ਇਲੈਕਟ੍ਰਿਸਿਟੀ ਦੇ ਬਿੱਲ ਕੰਟੀਨਿਊਸਲੀ, ਸਾਡੀ ਰੈਫਰੀਜਰੇਸ਼ਨ 8-8 10-10 ਫਰਿੱਜ ਚੱਲਦੇ ਆ, 24 ਘੰਟੇ ਲਾਈਟ ਚੱਲਦੀ ਹੈ ਤੇ ਅਸੀਂ ਇਹਨੂੰ ਬਰਦਾਸ਼ਤ ਤੋਂ ਬਾਹਰ ਆ। ਨਹੀਂ ਤਾਂ ਜੇ ਇਦਾਂ ਦੇ ਹਾਲਾਤ ਰਹੇ ਤਾਂ ਪੂਰੀ ਰੈਸਟੋਰੈਂਟ ਇੰਡਸਟਰੀ ਬਿਲਕੁਲ ਬੰਦ ਹੋ ਜਾਏਗੀ ਔਰ ਦੁਬਾਰਾ ਉੱਠ ਨਹੀਂ ਪਾਏਗੀ। ਔਰ ਪਿਛਲੇ ਜਿੰਨੇ ਲੋਕਡਾਊਨ ਹੋਏ ਆ ਅੱਜ ਤੱਕ ਸਰਕਾਰ ਨੇ ਸਾਨੂੰ ਕੋਈ ਵੀ ਸਹਾਇਤਾ ਨਹੀਂ ਦਿੱਤੀ। ਹੋਰ ਪਾਸੇ ਕਈ ਪਾਸੇ ਸੁਣਨ 'ਚ ਆਇਆ ਸੀਗਾ ਵੀ ਕਿਸੇ ਨੂੰ ਕੁਝ ਸਹਾਇਤਾ ਦਿੱਤੀ, ਕਿਸੇ ਕੁਝ ਸਹਾਇਤਾ ਦਿੱਤੀ। ਵਪਾਰੀ ਬੰਦੇ ਨੂੰ ਸਰਕਾਰ ਨੇ ਕੋਈ ਸਹਾਇਤਾ ਅੱਜ ਤੱਕ ਨਹੀਂ ਦਿੱਤੀ ਔਰ ਇਹ ਸਾਨੂੰ ਬਹੁਤ ਜ਼ਰੂਰੀ ਹੈ ਕਿ ਸਾਨੂੰ ਕੋਈ ਨਾ ਕੋਈ ਸਰਕਾਰੀ ਮਦਦ ਵੀ ਦਿੱਤੀ ਜਾਵੇ
ਸਾਡੀਆਂ ਲੋਨ ਦੀਆਂ ਕਿਸ਼ਤਾਂ ਵੀ ਬੰਦ ਕਰਾਈਆਂ ਜਾਣ। ਸਾਨੂੰ ਹੁਣ ਨਗਰ ਨਿਗਮ ਵਾਲੇ ਵੀ ਆ ਜਾਂਦੇ ਆ, ਪ੍ਰਾਪਰਟੀ ਟੈਕਸ ਜਮ੍ਹਾਂ ਕਰਾਓ ਜੀ। ਹਰ ਪਾਸਿਓਂ ਤੁਹਾਨੂੰ ਮਾਰ ਜਿਹੜੀ ਝੇਲਣੀ ਪੈ ਰਹੀ ਹੈ। ਹਾਂਜੀ, ਉਹ ਕਹਿੰਦੇ ਨਹੀਂ ਤਾਂ ਅਸੀਂ ਤੁਹਾਡੀ ਸੀਲਿੰਗ ਕਰ ਦੋਗੇ। ਪਿੱਛੇ ਹੁਣ ਕੁਝ ਨੋਟਿਸਸ ਕੱਢ ਕੇ ਗਏ ਆ ਕਿ ਅਸੀਂ ਸੀਲਿੰਗ ਕਰ ਦੇਣੀ। ਮੈਂ ਤਾਂ ਕਹਿੰਦਾ ਸਾਡੇ ਕੋਲ ਚਾਬੀਆਂ ਲੈ ਲਓ, ਕੋਲ ਰੱਖ ਲਓ, ਅਸੀਂ ਤਾਂ ਪਹਿਲਾਂ ਹੀ ਬੰਦ ਆ, ਮਰਿਆਂ ਨੂੰ ਕੀ ਮਾਰਨਾ। ਔਰ ਇਹ ਸਾਰਾ ਕੁਝ ਰੋਕ ਲਗਾਈ ਜਾਵੇ। ਇਸ ਵੇਲੇ ਜਿਹੜੀ ਟੈਕਸ ਕਲੈਕਸ਼ਨ ਨਗਰ ਨਿਗਮ ਦੇ ਲੈਵਲ ਤੇ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ 'ਤੇ ਵੀ ਰੋਕ ਲਗਾਈ ਜਾਵੇ। ਤੇ ਜਿਹੜੇ ਸਵਿਗੀ ਔਰ ਜ਼ੋਮੈਟੋ ਵਾਲੇ ਉਹਨਾਂ ਨੂੰ ਪਾਸਿਸ ਇਸ਼ੂ ਕਰਨ, ਸਰਟੀਫਾਈਡ ਪਾਸਿਸ ਹੋਣ, ਤਾਂ ਕਿ ਹੋਮ ਡਿਲੀਵਰੀ ਰਾਤ ਨੂੰ 9 ਵਜੇ ਤੋਂ ਬਾਅਦ ਨਹੀਂ ਰੁਕਣੀ ਚਾਹੀਦੀ। ਜੇ ਗੱਲ ਕਰੀਏ ਕੁੱਲ ਮਿਲਾ ਕੇ ਕਿੰਨਾ ਕੁ % ਜਿਹੜਾ ਤੁਹਾਨੂੰ ਘਾਟਾ ਹੁਣ ਮਹਿਸੂਸ ਹੋ ਰਿਹਾ? ਅਸੀਂ ਵਰਚੁਅਲੀ ਵੀ ਆਰ ਕਲੋਜ਼, ਅਸੀਂ ਬਿਲਕੁਲ ਬੰਦ ਆ, ਕਿਉਂਕਿ 20% ਕੰਮ ਦਿਨ ਵਿੱਚ ਸਾਨੂੰ ਮਿਲਦਾ ਹੈਗਾ, ਜਿਹੜਾ ਸਾਡਾ 80% ਕੰਮ ਦਾ ਰਾਤ ਦਾ ਹੈਗਾ। ਰਾਤ ਨੂੰ ਸਾਨੂੰ ਕੋਈ 9 ਵਜੇ ਬੰਦ ਕਰਨਾ ਪੈ ਜਾਂਦਾ ਤੇ ਵਰਚੁਅਲੀ ਅਸੀਂ ਕਲੋਜ਼ ਆ। ਅਸੀਂ ਆਪਣਾ ਰਾਸ਼ਨ ਪਾਣੀ ਦਾ ਖਰਚਾ ਵੀ ਨਹੀਂ ਕੱਢ ਪਾ ਰਹੇ, ਸੈਲਰੀਆਂ ਤਾਂ ਸਟਾਫ ਨੂੰ ਦੇਣੀਆਂ ਬਹੁਤ ਦੂਰ ਦੀ ਗੱਲ ਆ। ਹੁਣ ਇਹ ਪਿਛਲੇ ਲੋਕਡਾਊਨ ਦੇ ਵਿੱਚ ਵੀ ਸ਼ਹਿਰ ਦੇ 5-7 ਰੈਸਟੋਰੈਂਟ ਬੰਦ ਹੋ ਗਏ ਸੀ। ਹੁਣ ਇਸ ਲੋਕਡਾਊਨ ਦੇ ਵਿੱਚ ਮੈਂ ਇੱਕ AK ਤੰਦੂਰੀ ਇੱਥੇ ਹਰਗੋਬਿੰਦ ਨਗਰ 'ਚ ਡੋਮੀਨੋਜ਼ ਦੇ ਸਾਹਮਣੇ, ਉਹ ਸੇਲ ਤੇ ਇਸ ਵੇਲੇ। JK ਢਾਬੇ ਦੇ ਨਾਲ ਇੱਕ GK ਢਾਬਾ ਹੁੰਦਾ ਸੀਗਾ, ਉਹਨੇ ਦੁਬਾਰਾ ਖੋਲ ਕੇ ਜਗਦੰਬੇ ਢਾਬਾ ਸ਼ੁਰੂ ਕੀਤਾ, ਉਹ ਵੀ ਬੰਦ ਹੋ ਗਿਆ ਹੈਗਾ। ਉਹਦੇ ਨਾਲ ਹੋਰ ਵੀ ਇਸ ਵੇਲੇ ਕਈ ਢਾਬੇ ਰੈਸਟੋਰੈਂਟ ਬੰਦ ਕਰਨ ਦੀ ਤਿਆਰੀ 'ਚ। ਅਸੀਂ ਖਰਚੇ ਨਹੀਂ ਕੱਢ ਪਾ ਰਹੇ ਆਪਣੇ। ਕੀ ਮੰਗ ਕਰਨਾ ਚਾਹੋਗੇ ਆਪ? ਅਸੀਂ ਮੰਗ ਕਰਨਾ ਚਾਹੋਗੇ ਕਿ ਸਾਨੂੰ ਇੱਕ ਤਾਂ ਕੋਈ ਮਾਲੀ ਸਹਾਇਤਾ ਵੀ ਸਰਕਾਰ ਵੱਲੋਂ ਦਿੱਤੀ ਜਾਵੇ, ਜਾਂ ਸਾਡੇ ਜਿਹੜੇ ਕੁਝ ਫੈਸਿਲਿਟੀਜ਼ ਸਾਨੂੰ ਇਦਾਂ ਦੀਆਂ ਦਿੱਤੀਆਂ ਜਾਣ ਕਿ ਜਿੱਦਾਂ ਚਾਹੇ ਟੀਕਾਕਰਨ ਹੈ, ਸਾਡੇ ਰੈਸਟੋਰੈਂਟਾਂ ਦੇ ਵਿੱਚ ਆ ਕੇ ਪ੍ਰਸ਼ਾਸਨ ਵੱਲੋਂ ਸਾਡੇ ਸਾਰੇ ਸਟਾਫ ਨੂੰ ਜੋ ਟੀਕਾਕਰਨ ਕੀਤਾ ਜਾਵੇ, ਤਾਂ ਕਿ ਸਾਡੀ ਸੇਫਟੀ, ਜੇ ਸਾਡੇ ਕੋਲ ਰੈਸਟੋਰੈਂਟ ਕੋਈ ਆਂਦਾ ਤਾਂ ਐਟਲੀਸਟ ਸਟਾਫ ਤਾਂ ਸਾਡਾ, ਅਸੀਂ ਜਾਂ ਸਾਡਾ ਸਟਾਫ, ਉਹ ਬਿਲਕੁਲ ਸੇਫ ਹੋ ਜਾਏਗਾ ਇਸ ਚੀਜ਼ ਤੋਂ। ਔਰ ਉਹਨਾਂ ਨੂੰ, ਔਰ ਹਰ ਰੈਸਟੋਰੈਂਟ ਵਾਲਾ ਨਾਲੇ ਕੋਆਪਰੇਟ ਕਰੇਗਾ। ਹੁਣ ਦੇਖੋ ਸਰਕਾਰ ਕਿੰਨਾ ਕਹਿ ਰਹੀ ਹੈ ਕਿ ਟੀਕਾ ਲਗਵਾਓ, ਸ਼ਾਇਦ ਕਈ ਲੋਕ ਨਹੀਂ ਲਗਵਾਉਣ ਜਾਂਦੇ। ਔਰ ਮੈਂ ਬੇਨਤੀ ਕਰਦਾ, ਤੁਸੀਂ ਹਰ ਰੈਸਟੋਰੈਂਟ 'ਚ ਜਾਓ ਔਰ ਹਰ ਸਟਾਫ ਦੀ, ਹਰ ਰੈਸਟੋਰੈਂਟ ਵਾਲੇ ਦਾ ਟੀਕਾਕਰਨ ਕਰੋ। ਉਹਦੇ ਨਾਲ ਇੱਕ ਤਾਂ ਕਰੋਨਾ ਦੀ ਲੜਨ ਦੀ ਜਿਹੜੀ ਸਾਡੀ ਇਸ ਵੇਲੇ ਚੱਲ ਰਿਹਾ ਮੁਹਿੰਮ, ਉਹਨੂੰ ਜ਼ੋਰ ਮਿਲੇਗਾ। ਤੇ ਕਰੋਨਾ ਨਾਲ ਲੜਨ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਲੋਕਡਾਊਨ ਲਗਾ ਦਈਏ। ਸਫਾਈ ਵੱਲ ਧਿਆਨ ਦੇਣਾ ਚਾਹੀਦਾ। ਅਸੀਂ ਆਪਣੇ ਲੈਵਲ ਤੇ ਇੰਨੀ ਹਾਈਜੀਨਿਕ ਕੰਡੀਸ਼ਨ ਮੇਨਟੇਨ ਕਰਦੇ ਸਾਰੇ ਰੈਸਟੋਰੈਂਟਸ ਵਾਲੇ, ਕਿਉਂਕਿ ਉਹਨਾਂ ਨੂੰ ਮੇਨਟੇਨ ਕਰਨਾ ਹੀ ਪੈਂਦਾ। ਕਸਟਮਰ ਉੱਥੇ ਹੀ ਉਸ ਜਗ੍ਹਾ ਤੇ ਜਾਂਦਾ ਜਿੱਥੇ ਹਾਈਜੀਨਿਕ ਕੰਡੀਸ਼ਨਸ ਹੋਣ। ਔਰ ਟੋਟਲ ਫਗਵਾੜੇ ਦੇ ਰੈਸਟੋਰੈਂਟ ਇੰਨੇ ਵਧੀਆ ਕੰਮ ਕਰ ਰਹੇ ਆ, ਇੰਨੀ ਹਾਈਜੀਨਿਕ ਕੰਡੀਸ਼ਨ ਮੇਨਟੇਨ ਕਰਦੇ ਆ। ਮਾਰਕੀਟਸ ਦਾ ਕਰੋਨਾ ਹੋਏਗਾ, ਰੈਸਟੋਰੈਂਟ ਅੰਦਰ ਕੋਈ ਕਰੋਨਾ ਨਹੀਂ ਹੈ। ਬਿਲਕੁਲ ਸਫਾਈ ਵੱਲ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ, ਜਦਕਿ ਪਾਬੰਦੀਆਂ ਨਹੀਂ ਲਗਾਉਣੀਆਂ ਚਾਹੀਦੀਆਂ। ਅਸੀਂ ਮਿਨੀਮਮ 4 ਟਾਈਮਸ ਆਪਣੇ ਪੂਰੇ ਰੈਸਟੋਰੈਂਟ ਦੀ ਸੈਨੀਟੇਸ਼ਨ ਕਰਦੇ ਆ। ਲਾਈਕਵਾਈਜ਼ ਪੂਰੇ ਹੋਰ ਵੀ ਜਿੰਨੇ ਰੈਸਟੋਰੈਂਟ ਵਾਲੇ ਆ ਉਹ ਆਪਣੀ ਸੈਨੀਟਾਈਜੇਸ਼ਨ ਕਰਦੇ ਆ। ਹਾਂਜੀ, ਸ਼ੁਕਰੀਆ ਬਹੁਤ ਬਹੁਤ। ਸੋ ਸਰਕਾਰਾਂ ਨੂੰ ਚਾਹੀਦਾ ਕਿ ਰੈਸਟੋਰੈਂਟਾਂ ਨੂੰ ਪਾਬੰਦੀ ਲਾਉਣ ਦੇ ਨਾਲ ਸਗੋਂ ਵੱਖ-ਵੱਖ ਜਗ੍ਹਾ ਤੇ ਸਫਾਈ ਦਾ ਜਿਹੜਾ ਪੂਰਾ ਪ੍ਰਬੰਧ ਰੱਖਣਾ ਚਾਹੀਦਾ। ਸੋ ਆਪਾਂ ਹੋਰ ਵੀ ਰੈਸਟੋਰੈਂਟ ਤੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕਿੰਨੀਆਂ ਕੁ ਦਿੱਕਤਾਂ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਸੋ ਜਿਵੇਂ ਕਿ ਐਤਵਾਰ ਨੂੰ ਸਾਰੇ ਰੈਸਟੋਰੈਂਟ ਬੰਦ ਕਰ ਦਿੱਤੇ ਗਏ, ਕਿਤੇ ਰੈਸਟੋਰੈਂਟਾਂ ਤੇ ਹੀ ਮਾਰ ਪਾਈ ਜਾਂਦੀ ਹੈ, ਜਦਕਿ ਬਾਹਰ ਸਾਰੀਆਂ ਦੁਕਾਨਾਂ ਖੁੱਲੀਆਂ ਹੁੰਦੀਆਂ। ਕਿੰਨਾ ਕੁ ਤੁਹਾਨੂੰ ਨੁਕਸਾਨ ਜਿਹੜਾ ਝੱਲਣਾ ਪੈਂਦਾ ਹੈ? ਨੁਕਸਾਨ ਤੇ ਸਾਨੂੰ ਕਮ ਸੇ ਕਮ 75% ਮੈਡਮ ਜੀ ਨੁਕਸਾਨ ਹੈਗਾ। ਦੇਖੋ, ਕੱਲਾ ਰੈਸਟੋਰੈਂਟ ਲਾਈਨ, ਢਾਬਾ ਲਾਈਨ, ਹੋਟਲ ਲਾਈਨ, ਦੈਨ ਫਾਸਟ ਫੂਡ, ਕੋਈ ਵੀ ਹੈ, ਸਾਰਿਆਂ ਨੂੰ ਨੁਕਸਾਨ ਇੱਕ ਬਰਾਬਰ ਦਾ ਹੀ ਹੈ। ਜੇ ਬਾਕੀ ਦਿਨਾਂ ਦੀ ਗੱਲ ਕਰੀਏ ਕਿ 9 ਵਜੇ ਤੱਕ ਕਿਹਾ ਗਿਆ ਕਿ ਸਾਰਾ ਕੁਝ ਬੰਦ ਹੋਣਾ ਚਾਹੀਦਾ। ਅਗਰ ਜੇ ਆਪਾਂ ਗੱਲ ਕਰੀਏ ਤੁਹਾਡੇ ਰੈਸਟੋਰੈਂਟ ਦੀ, ਰਾਤ ਸਮੇਂ ਸਾਰਾ ਕੰਮ ਸ਼ੁਰੂਆਤ ਹੁੰਦੀ ਹੈ ਰਾਤ ਨੂੰ, ਕਿਉਂਕਿ ਰਾਤ ਵੇਲੇ ਸ਼ਹਿਰ ਵਾਸੀ ਜਾਂ ਹੋਰ ਲੋਕ ਡਿਨਰ ਕਰਨ ਆਉਂਦੇ ਆ। ਕਿੰਨੀ ਕੁ ਜਿਹੜੀ ਪਰੇਸ਼ਾਨੀ ਆ ਰਹੀ ਹੈ? ਬੇਟਾ, ਇਹ ਜਿਹੜਾ ਤੂੰ ਸਵਾਲ ਪੁੱਛਿਆ ਬਹੁਤ ਵਧੀਆ ਸਵਾਲ ਪੁੱਛਿਆ, ਮੈਂ ਇਹਦਾ ਜਵਾਬ ਦਾਂਗਾ। ਸਾਰੇ ਫਗਵਾੜੇ ਦੇ ਰੈਸਟੋਰੈਂਟ, ਢਾਬੇ, ਹੋਟਲ, ਫਾਸਟ ਫੂਡ ਵੱਲੋਂ ਵੀ ਇਹਦਾ ਨੁਕਸਾਨ, ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ। ਲੋਕ 8 ਵਜੇ ਦੁਕਾਨ ਬੰਦ ਕਰਕੇ ਘਰ ਜਾਂਦੇ, ਘਰਾਂ ਤੋਂ ਬੱਚਿਆਂ ਨਾਲ ਕਮਿਟ ਕਰਕੇ ਜੋ ਸਮਾਨ ਚਾਹੀਦਾ ਲੈ ਜਾਂਦੇ। ਇੱਥੇ 8:30 ਵਜੇ, ਦੈਨ 8:45 ਵਜੇ ਤੱਕ ਮੇਰੇ ਵਰਗਾ ਤਾਂ ਲੌਕ ਕਰਕੇ, ਮੈਂ ਕਿ ਸਾਰੇ ਫਗਵਾੜੇ ਦੇ ਜਿੰਨੇ ਰੈਸਟੋਰੈਂਟ, ਹੋਟਲ, ਢਾਬੇ, ਦੈਨ ਤੁਹਾਡੇ ਫਾਸਟ ਫੂਡ ਹੈ, ਸਾਰੇ ਬੰਦ ਹੋ ਜਾਂਦੇ ਹੈਗੇ। ਇਹਦਾ ਵੀ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈਗਾ।
ਜਿਵੇਂ ਕਿ ਸੰਡੇ ਵਾਲੇ ਦਿਨ ਸਾਰਿਆਂ ਨੂੰ ਛੁੱਟੀ ਹੁੰਦੀ ਆ, ਲੋਕ ਇੰਨੇ ਥੱਕੇ ਥਕਾਏ ਹੁੰਦੇ ਕਿ ਉਹਨਾਂ ਨੂੰ ਹੁੰਦਾ ਕਿ ਸੰਡੇ ਵਾਲੇ ਦਿਨ ਬਾਹਰ ਜਾ ਕੇ ਅਸੀਂ ਖਾਣਾ ਖਾਵਾਂਗੇ, ਪਰ ਜਿਹੜੇ ਕਿ ਹੁਣ ਆਉਂਦੇ ਵੀ ਨਹੀਂ ਹੁਣੇ ਲੋਕ, ਕਿੰਨੇ ਕੁ % ਘਾਟਾ ਪੈ ਰਿਹਾ ਪਹਿਲਾਂ ਨਾਲੋਂ? ਮੈਂ ਤਾਂ ਮਿੱਤਰ ਪਹਿਲਾਂ ਤੁਹਾਨੂੰ ਦੱਸਿਆ 70-75% ਤਾਂ ਲਾਸ ਹੋ ਚੁੱਕਾ ਹੈ। ਕੱਲ ਪਹਿਲਾ ਸੰਡੇ ਸੀਗਾ। ਓਨਲੀ ਟੇਕਵੇ ਫੈਸਿਲਿਟੀ ਜਿਹਦਾ ਮਨ ਨਾ ਲੈ ਜਾਵੇ, ਨਹੀਂ ਤਾਂ ਅਗਲਾ ਕਹਿੰਦਾ ਮੈਂ ਤਾਂ ਬੈਠ ਕੇ ਖਾਣਾ। ਅਸੀਂ ਉਹਨੂੰ ਨਹੀਂ ਕਮਿਟ ਹੁੰਦੇ ਵੀ ਨਹੀਂ, ਅਸੀਂ ਨਹੀਂ ਬੈਠ ਕੇ ਖਾਣਾ ਬੇਟਾ ਜੀ, ਜੋ ਸਾਡੇ ਬਣੇ ਆ ਲਾਭ ਬਣੇ ਆ ਅਸੀਂ ਨਹੀਂ ਬੈਠ ਕੇ ਖਵਾ ਸਕਦੇ। ਲੋਕਡਾਊਨ ਲੱਗਿਆ, ਲੋਕਡਾਊਨ ਦਾ ਉਲੰਘਣ ਨਹੀਂ ਕਰਨਾ, ਲੋਕਡਾਊਨ ਦਾ ਪਾਲਣ ਕਰਨਾ ਹੈ। ਪਹਿਲਾਂ ਵੀ ਲੋਕਡਾਊਨ ਲੱਗਾ ਸੀਗਾ, ਲੋਕਾਂ ਦੇ ਚਿਹਰੇ ਤੇ ਨਮੋਸ਼ਿਸ਼ ਆਈ ਸੀ, ਪਰ ਜਦੋਂ ਲੋਕਡਾਊਨ ਓਪਨ ਹੋਇਆ ਤੇ ਲੋਕਾਂ ਦੇ ਚਿਹਰੇ ਖਿੜ ਗਏ ਸੀ, ਪਰ ਹੁਣ ਫਿਰ ਪਹਿਲਾਂ ਵਰਗੇ ਹਾਲਾਤ ਪੈਦਾ ਹੋ ਰਹੇ ਆ। ਕੀ ਸਰਕਾਰ ਨੂੰ ਕਹਿਣਾ ਚਾਹੋਗੇ, ਕੀ ਮੰਗ ਕਰਨਾ ਚਾਹੋਗੇ ਤਾਂ ਜੋ ਤੁਹਾਡਾ ਕੰਮ ਆ ਸਹੀ ਜਿਹੜਾ ਚੱਲ ਸਕੇ? ਸਰਕਾਰ ਵੱਲੋਂ ਕੁਝ ਨਾ ਅੱਗੇ ਮਿਲਿਆ ਨਾ ਹੁਣ ਅੱਗੋਂ ਮਿਲੇਗਾ। ਸਰਕਾਰ ਤਾਂ ਦਰਅਸਲ ਆਪਣੇ ਹੀ ਉਹਨਾਂ ਨੇ ਈਗੋ ਬਣਾਇਆ, ਆਪਣੇ ਹੀ ਜੋ ਵੀ ਰਿਕਵਰੀਆਂ ਕਰ ਰਹੀ ਹੈਗੀ ਹੈ। ਦੁਕਾਨਦਾਰ ਦਾ, ਬਿਜ਼ਨਸਮੈਨ ਦਾ ਕੋਈ ਵੀ ਇਹ 'ਚ ਪਾਰਟ ਪਲੇ ਨਹੀਂ ਹੈਗਾ। ਦੈਨ ਹੋਣਾ ਚਾਹੀਦਾ ਹੈ। ਹੁਣ ਪਿੱਛੇ 7-8 ਮਹੀਨੇ ਲੋਕਡਾਊਨ ਰਿਹਾ, ਮਾਰਚ 23 ਤੋਂ ਲੈ ਕੇ 8 ਜੂਨ ਤੱਕ, 8 ਮਈ ਨੂੰ ਖੁੱਲਿਆ ਸੀਗਾ। ਤੁਸੀਂ ਹਿਸਾਬ ਲਾਓ ਵੀ ਸਾਨੂੰ ਬਿੱਲ ਵੀ ਬਿਜਲੀ ਦੇ ਦੇਣੇ ਪਏ, ਸਾਨੂੰ ਹੋਰ ਖਰਚੇ ਵੀ ਦੇਣੇ ਪਏ, ਲੇਬਰ ਨੂੰ ਲੇਬਰ ਵੀ ਦੇਣੀ ਪਈ, ਸਭ ਕੁਝ ਸਾਨੂੰ ਰੂਟੀਨ ਨਾਲ ਹੀ ਕਰਨਾ ਪਿਆ। ਸਾਨੂੰ ਕੋਈ ਰਿਬੇਟ ਨਹੀਂ ਮਿਲੀ ਕਿਸੇ ਤਰ੍ਹਾਂ ਦੀ, ਨੋਟ ਅ ਸਿੰਗਲ ਪੈਨੀ। ਜਿਵੇਂ ਕਿ ਪਹਿਲਾਂ ਲੋਕਡਾਊਨ ਲੱਗਾ ਸੀ, ਲੋਕਾਂ ਦੇ ਚਿਹਰੇ ਨਾਰਾਜ਼ ਹੋ ਗਏ ਸੀ, ਪਰ ਹੁਣ ਮੁੜ ਤੋਂ ਉਹ ਜਿਹੇ ਹਾਲਾਤ ਪੈਦਾ ਹੋ ਗਏ ਆ। ਹੁਣ ਫਿਰ ਲੋਕਡਾਊਨ ਵਰਗੀ ਸਿਚੁਏਸ਼ਨ ਖੜੀ ਹੋ ਗਈ ਐਤਵਾਰ ਨੂੰ, ਜਿਹੜੇ ਰੈਸਟੋਰੈਂਟ ਬੰਦ ਕਰ ਦਿੱਤੇ ਗਏ। ਕਿੰਨਾ ਕੁ ਜਿਹੜਾ ਕਿ ਤੁਹਾਨੂੰ ਨੁਕਸਾਨ ਆ ਰਿਹਾ? ਪਿਛਲੀ ਵਾਰ ਜਦੋਂ ਲੋਕਡਾਊਨ ਹੋਇਆ ਸੀਗਾ ਤੇ ਉਦੋਂ ਵੀ ਦੁਕਾਨਦਾਰਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ, ਕਿਉਂਕਿ ਸਰਕਾਰਾਂ ਪੁੱਛਦੀਆਂ ਨਹੀਂ ਆ ਕੇ। ਕੋਈ ਛੋਟੇ ਦੁਕਾਨਦਾਰ, ਸਾਰਿਆਂ ਦਾ ਬਿਜ਼ਨਸ ਠੱਪ ਹੋ ਚੁੱਕਾ ਆਲਮੋਸਟ, ਤੇ ਹੁਣ ਬਿਜ਼ਨਸ ਦੁਬਾਰਾ ਉੱਠ ਰਿਹਾ ਸੀ ਤਾਂ ਸਰਕਾਰ ਦੁਆਰਾ ਫਿਰ ਤੋਂ ਲੋਕਡਾਊਨ ਕਰਨਾ ਬੜਾ ਮੰਦਭਾਗਾ ਆ, ਜਿਸ ਨਾਲ ਸਾਡਾ ਜਿਹੜਾ ਬਿਜ਼ਨਸ ਗਰੋ ਹੁੰਦਾ ਫਿਰ ਦੁਬਾਰਾ ਗਰੋ ਰੁਕ ਗਿਆ ਆ। ਤੇ 9 ਵਜੇ ਤੋਂ ਬਾਅਦ ਕਸਟਮਰ ਆਣੇ ਸ਼ੁਰੂ ਹੁੰਦੇ, ਰਾਤ ਨੂੰ ਕਸਟਮਰ ਹੁੰਦਾ, ਰਾਤ ਨੂੰ 9 ਵਜੇ ਲੋਕਡਾਊਨ ਲੱਗ ਜਾਂਦਾ ਆ ਤੇ ਸੰਡੇ ਟੋਟਲੀ ਬੰਦ ਹੁੰਦਾ ਤੇ ਬੰਦਾ ਕਰੇ ਕਿ ਵੀਕਐਂਡ ਦਾ ਬਿਜ਼ਨਸ ਰਹਿ ਗਿਆ ਸਾਰਾ, ਸਿਰਫ ਵੀਕਐਂਡ ਦਾ ਬਿਜ਼ਨਸ ਆ, ਸ਼ਨੀ ਐਤਵਾਰ ਹੀ ਸਾਰਾ ਬਿਜ਼ਨਸ ਹੈ ਹੁਣ ਦਾ। ਤੇ ਦੁਕਾਨਦਾਰਾਂ ਨੂੰ ਇਸ ਦਾ ਨੁਕਸਾਨ ਝੱਲਣਾ ਪੈ ਰਿਹਾ। ਲੋਕਾਂ ਨੇ ਕਿਸ਼ਤਾਂ ਦੇਣੀਆਂ, ਲੋਨ ਲਏ ਆ ਦੁਕਾਨਦਾਰਾਂ ਨੇ ਸਾਰਿਆਂ ਨੇ, ਉਹ ਕਿਸ਼ਤਾਂ ਕਿੱਥੋਂ ਭਰਨੀਆਂ ਇਹੀ ਨਹੀਂ ਸਮਝ ਲੱਗ ਰਿਹਾ। ਸਰਕਾਰ ਕੋਈ ਮਦਦ ਨਹੀਂ ਕਰ ਰਹੀ, ਸਰਕਾਰ ਸਿਰਫ ਲੋਕਡਾਊਨ ਕਰ ਰਹੀ ਆ ਤੇ ਉਹਦੇ ਸਰਕਾਰ ਵੱਲੋਂ ਕੋਈ ਇੰਡੀਵਿਜੂਅਲ ਮਦਦ ਨਹੀਂ ਹੈਗੀ ਕਿ ਹਾਂਜੀ ਦੁਕਾਨਦਾਰਾਂ ਨੂੰ ਇੰਨੇ ਦਿੰਦੇ ਆ। MSME ਦਾ ਲੋਨ ਵੀ ਆਇਆ ਸੀ, ਕੋਈ ਕਿਸੇ ਇੱਕ ਵੀ ਬਿਜ਼ਨਸਮੈਨ ਜਾਂ ਛੋਟੇ ਦੁਕਾਨਦਾਰ ਨੂੰ ਨਹੀਂ ਮਿਲਿਆ, ਕੋਈ ਕਿਸੇ ਨੂੰ ਕੋਈ ਲਾਭ ਨਹੀਂ ਹੈਗਾ ਇਸ ਚੀਜ਼ ਦਾ। ਲੱਗਦਾ ਕਿ ਸਰਕਾਰ ਨੂੰ ਇਹੋ ਜਿਹੇ ਰਿਸਟ੍ਰਿਕਸ਼ਨ ਕਰਨ ਨਾਲੋਂ ਜਿਹੜਾ ਕਿ ਸਾਫ਼ ਸਫਾਈ ਵੱਲ ਧਿਆਨ ਦੇਣਾ ਚਾਹੀਦਾ। ਹਾਂ, ਸਰਕਾਰ ਨੂੰ ਅਵੇਅਰਨੈਸ ਦੇਣੀ ਚਾਹੀਦੀ ਹੈ, ਸਗੋਂ ਲੋਕਡਾਊਨ ਕਰਨ ਨਾਲੋਂ ਲੋਕਾਂ 'ਚ ਅਵੇਅਰਨੈਸ ਦੇਣੀ ਚਾਹੀਦੀ ਕਿ ਹਾਂਜੀ ਤੁਸੀਂ ਸੋਸ਼ਲ ਡਿਸਟੈਂਸਿੰਗ ਰੱਖੋ, ਮਾਸਕ ਪਾਓ। ਇਹ ਸਰਕਾਰ ਦਿੰਦੀ ਆ ਪਰ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੀ। ਉਹਨੂੰ ਸਟ੍ਰਿਕਟਲੀ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ, ਉਹਨੂੰ ਲਾਗੂ ਕਰਨਾ ਚਾਹੀਦਾ ਆ, ਤਾਂ ਕਿ ਉਹ ਹੁਣ ਸਾਰਾ ਬੋਝ ਦੁਕਾਨਦਾਰਾਂ ਤੇ ਪੈ ਰਿਹਾ ਜਾਂ ਬਿਜ਼ਨਸਮੈਨ ਤੇ ਪੈ ਰਿਹਾ ਆ। ਸਰਕਾਰ ਨੂੰ ਤਾਂ ਕੋਈ ਫਰਕ ਨਹੀਂ ਇਸ ਚੀਜ਼ ਨਾਲ, ਲੋਕਡਾਊਨ ਲਗਾਤਾ ਜੀ, ਸਰਕਾਰ ਨੂੰ ਥੋੜਾ ਕੋਈ ਫਰਕ ਹੈ ਇਸ ਚੀਜ਼ ਨਾਲ। ਲੱਗਦਾ ਕਿ ਤਾਂ ਹੀ ਲੋਕ ਜਿਹੜੇ ਕਿ ਸੀਰੀਅਸ ਲੈ ਰਹੇ ਇਹਨਾਂ ਨੂੰ, ਕਰੋਨਾ ਨੂੰ, ਕਿਉਂਕਿ ਸਰਕਾਰਾਂ ਖੁਦ ਹੀ ਰੈਲੀਆਂ ਕਰ ਰਹੀ, ਇੰਨੇ ਇਕੱਠ ਕਰ ਰਹੀ ਹੈ। ਸਰਕਾਰ ਦੁਆਰਾ ਇਕੱਠ ਚੱਲਦੇ, ਪਰ ਸਰਕਾਰ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਪੋਲੀਟੀਕਲ ਸਮਾਗਮ ਨਹੀਂ ਹੋਏਗਾ, ਪਰ ਹੋ ਰਹੇ ਆ, ਸਾਰੇ ਹੋ ਰਹੇ ਆ, ਸਭ ਕੁਝ ਗੈਦਰਿੰਗ ਉੱਦਾਂ ਹੀ ਹੋ ਰਹੀ ਆ, ਕੋਈ ਫਰਕ ਨਹੀਂ ਹੈ। ਬਸ ਸਿਰਫ ਦੁਕਾਨਦਾਰਾਂ ਤੇ ਸਖਤੀ ਹੋ ਜਾਂਦੀ, ਰਾਤ ਨੂੰ 9 ਵਜੇ ਆ ਜਾਂਦੇ ਆ ਤੇ ਬੰਦ ਕਰੋ ਜੀ, ਸਾਰੇ ਬੰਦ ਕਰੋ। ਪਰ ਜਿੱਥੇ ਰੈਲੀ ਹੁੰਦੀ ਉੱਥੇ ਨਹੀਂ ਪੁਲਿਸ ਕਦੀ ਵੀ ਕਹਿੰਦੀ ਕਿ ਬੰਦ ਕਰੋ। ਰੈਲੀਆਂ ਨੂੰ ਵੀ ਬੰਦ ਕਰਨਾ ਚਾਹੀਦਾ। ਇੱਥੇ ਇਕੱਠ ਹੁੰਦੇ, ਹੁਣ ਇਲੈਕਸ਼ਨ ਚੱਲ ਰਹੇ ਆ ਸਾਰੀ ਜਗ੍ਹਾ, ਬੰਗਾਲ ਦਾ ਇਲੈਕਸ਼ਨ ਆ, ਸਾਰੀ ਜਗ੍ਹਾ ਇਕੱਠ ਹੋ ਰਿਹਾ ਆ, ਕੋਈ ਕਿਸੇ ਨੂੰ ਕੋਈ ਫਰਕ ਨਹੀਂ ਹੈਗਾ ਜੀ। ਕੀ ਮੰਗ ਕਰਨਾ ਚਾਹੋਗੇ ਆਖਰ 'ਚ? ਅਸੀਂ ਤਾਂ ਇਹੀ ਮੰਗ ਕਰਨਾ ਚਾਹੁੰਦੇ ਆ ਕਿ ਸਰਕਾਰ ਨੂੰ ਕਿ ਸਾਡੇ ਜਿਹੜੇ ਦੁਕਾਨਦਾਰ ਆ ਉਹਨਾਂ ਵੱਲ ਵੀ ਥੋੜਾ ਧਿਆਨ ਦਿੱਤਾ ਜਾਵੇ। ਛੋਟਾ ਬਿਜ਼ਨਸਮੈਨ ਰੁਲ ਰਿਹਾ ਹੈ, ਡੇ ਬਾਈ ਡੇ ਡਾਊਨ ਆ ਰਹੇ ਆ, ਉਹਦੀ ਫਾਈਨੈਂਸ਼ੀਅਲ ਕੰਡੀਸ਼ਨ ਖਰਾਬ ਹੋ ਰਹੀ ਹੈ ਡੇ ਬਾਈ ਡੇ। ਖਰਚੇ ਕਿੱਦਾਂ ਕੱਢਣੇ, ਲੇਬਰ ਦਾ ਖਰਚਾ ਵੀ ਉਹੀ, ਬਿਜਲੀ ਦਾ ਖਰਚਾ ਵੀ ਉਹੀ ਪੈ ਰਿਹਾ ਆ। ਸਰਕਾਰ ਨੇ ਤਾਂ ਲੋਕਡਾਊਨ ਦਾ ਕਹਿਤਾ, ਲੋਕਡਾਊਨ ਕਰ ਦਿਓ, ਪਰ ਜਿਹੜਾ ਬਿਜ਼ਨਸ ਆ ਉਹਨਾਂ ਨੂੰ ਪੁੱਛੋ ਜਿਹੜੇ ਬਿਜ਼ਨਸ ਕਰਦੇ ਆ ਕਿ ਕਿੰਨਾ ਨੁਕਸਾਨ ਡੇ ਬਾਈ ਡੇ ਝੱਲ ਰਹੇ ਆ ਅਸੀਂ। ਜੋ ਐਤਵਾਰ ਨੂੰ ਲੋਕਡਾਊਨ ਕਰ ਦਿੱਤਾ, ਪਹਿਲਾਂ ਵੀ ਸਰਕਾਰਾਂ ਵੱਲੋਂ ਰੈਸਟੋਰੈਂਟਾਂ ਤੇ ਜ਼ਿਆਦਾ ਮਾਰ ਪਾਈ ਜਾ ਰਹੀ ਸੀ, ਹੁਣ ਫਿਰ ਜਿਹੜਾ ਕਿ ਐਤਵਾਰ ਨੂੰ ਲੋਕਡਾਊਨ ਕਰ ਦਿੱਤਾ ਗਿਆ, ਕਿੰਨਾ ਕੁ ਨੁਕਸਾਨ ਤੁਹਾਨੂੰ ਝੱਲਣਾ ਪੈ ਰਿਹਾ? ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪੈ ਰਿਹਾ ਸਾਨੂੰ, ਕਿਉਂਕਿ ਸਾਰਾ ਕੰਮ ਐਤਵਾਰ ਜਾਂ ਸੈਟਰਡੇ ਸੰਡੇ ਹੀ ਹੁੰਦਾ ਆ। ਉਹ ਸਾਰਾ ਕੰਮ ਬੰਦ ਕਰਤਾ ਹੋਇਆ ਉਹਨਾਂ ਨੇ, ਕਿਉਂਕਿ ਸਾਰੀ ਡਾਈਨਿੰਗ ਵੀ ਹੈ ਨਹੀਂ ਗੀ, ਕੁਝ ਵੀ ਹੈ ਨਹੀਂਗਾ, ਉਸ ਕਰਕੇ ਸਾਰਾ ਕੁਝ ਕਰ ਰਾਤੀ ਵੀ ਇੱਦਾਂ ਹੀ ਹੋਇਆ, ਕਸਟਮਰ ਵਾਪਸ ਕਰਨੇ ਪਏ। ਫਿਰ ਵੀ ਕਿੰਨੇ ਕੁ ਜਿਹੜੇ ਕਿ ਗ੍ਰਾਹਕ ਆ ਜਾਂਦੇ ਪਹਿਲਾਂ ਨਾਲੋਂ, ਕਿੰਨਾ ਕੁ % ਨੁਕਸਾਨ ਆ ਰਿਹਾ? ਬਹੁਤ ਜ਼ਿਆਦਾ % ਆਪਾਂ ਨੂੰ ਬਹੁਤ ਭਾਰੀ ਗਿਰਾਵਟ ਆ ਰਹੀ ਹੈ, ਬਹੁਤ ਜ਼ਿਆਦਾ ਨੁਕਸਾਨ ਆ ਰਿਹਾ। ਉਹਦੇ ਵਿੱਚ ਸਾਨੂੰ ਕੀ ਕਹਿੰਦੇ ਆ, ਜਦੋਂ ਵੀ ਡਾਈਨਿੰਗ ਹੁੰਦੀ ਆ, ਜਦੋਂ ਵੀ ਕੁਝ ਵੀ ਇਦਾਂ ਦਾ ਕੰਮ ਹੁੰਦਾ, ਮਾੜਾ ਕੰਮ ਚੱਲਣ ਲੱਗਦਾ, ਨਾਲ ਹੀ ਲੋਕਡਾਊਨ ਲੱਗ ਜਾਂਦਾ ਵਾ। ਉਹ ਰੈਸਟੋਰੈਂਟ ਨੂੰ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਲਾਸਟ 'ਚ ਆ ਕੇ? ਲੱਗਦਾ ਕਿ ਸਰਕਾਰਾਂ ਸਿਰਫ ਆਪਣਾ ਹੀ ਫਾਇਦਾ ਇਹਦੇ ਵਿੱਚ ਵੀ ਦੇਖਦੀਆਂ। ਹਾਂਜੀ ਸਹੀ ਗੱਲ ਆ, ਬਿਲਕੁਲ ਗੱਲ ਆ ਜੀ, ਆਪਣਾ ਫਾਇਦਾ ਦੇਖਦੀਆਂ ਵਾ। ਕਿਸੇ ਲੋਕ ਬੰਦੇ ਦਾ ਦੇਖਦੇ ਨਹੀਂ। ਕੱਲ ਰਾਤੀ ਵੀ ਕੱਲ ਪੂਰਾ ਦਿਨ ਚਪੱਟੀ ਬੰਦ ਸੀਗੀ,
ਉਹਦੇ ਕਰਕੇ ਬਿਲਕੁਲ ਹਨੇਰਾ ਸੀ ਇੱਥੇ ਵੀ। ਲੋਕਡਾਊਨ ਡਾਈਨਿੰਗ ਹੈ ਨਹੀਂ ਸੀ, ਕਸਟਮਰ ਨੂੰ ਬਾਰੋ-ਬਾਰ ਵਾਪਸ ਕਰਨਾ ਪਿਆ, ਨਹੀਂ ਤੁਸੀਂ ਕਾਰ 'ਚ ਬੈਠੋ ਸੀ ਤਾਂ ਦੇ ਸਕਦੇ, ਨਹੀਂ ਤਾਂ ਨਹੀਂ। ਕੀ ਆਖਿਰ 'ਚ ਮੰਗ ਕਰਨਾ ਚਾਹੋਗੇ? ਕਿ ਇਹ ਲੋਕਡਾਊਨ ਖਤਮ ਕੀਤਾ ਜਾਵੇ ਤੇ ਰੈਸਟੋਰੈਂਟਾਂ ਨੂੰ ਪੂਰੀ ਚਾਹਵਾਨ ਦਿੱਤੀ ਜਾਵੇ ਕਿ ਖੁੱਲ ਸਕਣ। ਸੋ ਹੁਣ ਫਿਰ ਜਿਹੜੇ ਕਿ ਲੋਕਡਾਊਨ ਵਰਗੇ ਹਾਲਾਤ ਪੈਦਾ ਹੋ ਰਹੇ ਆ, ਕਿੰਨਾ ਕੁ ਨੁਕਸਾਨ ਤੁਹਾਨੂੰ ਝੱਲਣਾ ਪੈ ਰਿਹਾ? ਜੀ ਮੈਮ ਨੁਕਸਾਨ ਤਾਂ ਬਹੁਤ ਚੱਲਣਾ ਪੈ ਰਿਹਾ ਜੀ। ਦੇਖੋ ਬਿਜ਼ਨਸ ਬਿਲਕੁਲ ਜਿਹੜੇ ਹੁਣ ਸਟੈਂਡ ਹੋਏ ਸੀ ਬਿਜ਼ਨਸ ਜੀ, ਹੁਣ ਲੋਕਡਾਊਨ ਤੋਂ ਬਾਅਦ ਮਾਰਚ 2020 ਤੋਂ ਬਾਅਦ ਜੀ, ਤੇ ਹੁਣ ਉਸ ਤੋਂ ਬਾਅਦ ਦੇਖੋ ਜੀ ਹੁਣ ਜੇ ਗਰੋਥ ਕਰਨ ਲੱਗਾ ਸੀ ਤੇ ਉਸ ਤੋਂ ਬਾਅਦ ਹੁਣ ਫੇਰ ਦੁਬਾਰਾ ਨਿਊ ਸੰਡੇ ਦਾ ਲੋਕਡਾਊਨ ਸ਼ੁਰੂ ਕਰ ਦਿੱਤਾ ਜੀ। ਇਸ ਕਰਕੇ ਸਾਡੇ ਵਿੱਚ ਮਤਲਬ ਦੁਕਾਨਦਾਰੀ ਵਿੱਚ ਬਹੁਤ ਫਰਕ ਪੈ ਰਿਹਾ ਜੀ। ਜਿਵੇਂ ਕਿ 9 ਵਜੇ ਨੂੰ ਲੈ ਕੇ ਜਿਹੜੇ ਕਿ ਸਾਰੇ ਬੰਦ ਹੋਣੇ ਚਾਹੀਦੇ, ਸਰਕਾਰ ਨੇ ਨਿਰਦੇਸ਼ ਦਿੱਤੇ ਗਏ, ਜਦ ਕਿ 9 ਵਜੇ ਤੋਂ ਬਾਅਦ ਹੀ ਕੰਮ ਸ਼ੁਰੂ ਹੁੰਦਾ ਰੈਸਟੋਰੈਂਟ ਦਾ, ਕੀ ਕਹਿਣਾ ਚਾਹੋਗੇ? ਜੀ ਮੈਮ ਦੇਖੋ ਜਿਹੜਾ ਰੈਸਟੋਰੈਂਟ ਲਾਏ ਨੇ ਇਸ ਤਰ੍ਹਾਂ ਦੀ, ਜਦੋਂ ਹਰ ਇੱਕ ਬੰਦੇ ਨੇ ਦੇਖੋ ਜੀ ਘਰੋਂ ਖਾਣ ਨਿਕਲਣਾ ਤੇ ਮਤਲਬ ਆਪਣੀ ਸ਼ਾਪ ਤੋਂ ਕਲੋਜ਼ ਕਰਨ ਤੋਂ ਬਾਅਦ ਜਿਹੜੇ ਦੁਕਾਨਦਾਰਾਂ ਨੇ ਵੀ ਆਉਣਾ ਜੀ, ਉਹਨਾਂ ਨੇ ਉਸ ਤੋਂ ਬਾਅਦ ਆਉਣਾ ਹੁੰਦਾ ਨਾ ਜੀ, ਤੇ ਉਹੀ ਉਸ ਤੋਂ ਬਾਅਦ 9 ਵਜੇ ਦਾ ਪੂਰਾ ਲੋਕਡਾਊਨ ਸ਼ੁਰੂ ਕਰ ਦਿੱਤਾ, ਕਲੋਜ਼ਿੰਗ ਕਰਨ ਨੂੰ ਕਹਿ ਦਿੰਦੇ ਜੀ। ਜੀ ਕਿ ਸਰਕਾਰਾਂ ਲੋਕਾਂ ਨੂੰ ਕੰਗਾਲ ਕਰਨਾ ਚਾਹੁੰਦੀਆਂ ਸਿਰਫ ਆਪਣਾ ਹੀ ਮੁਨਾਫਾ ਦੇ। ਜੀ ਮੈਮ ਉਹ ਤਾਂ ਹੈਗਾ ਜੀ, ਓਬਵੀਅਸਲੀ ਦੇਖੋ ਜੀ ਉਹ ਤਾਂ ਦੇਖ ਹੀ ਰਿਹਾ ਨਹੀਂ ਜੀ, ਜਿਸ ਤਰ੍ਹਾਂ ਮਤਲਬ ਕੰਮ ਦੇ ਪ੍ਰਤੀ ਜੀ ਮਤਲਬ ਬਹੁਤ ਲਾਸ ਹੋ ਰਿਹਾ ਜੀ। ਕੀ ਮੰਗ ਕਰਨਾ ਚਾਹੋਗੇ ਆਖਰ 'ਚ? ਇਹੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਜੀ ਕਿ ਜਿਹੜਾ ਸਾਡਾ ਜਿੱਦਾਂ ਸਮਾਂ ਸੀਗਾ ਉਸ ਤਰ੍ਹਾਂ ਕਰੇ, ਅਵੇਅਰਨੈਸ ਜਿੱਦਾਂ ਕੀਤੀ ਜਾਵੇ, ਮਾਸਕ ਪਾਉਣ ਦਾ ਕਿਹਾ ਜਾਵੇ ਜੀ, ਸੋਸ਼ਲ ਡਿਸਟੈਂਸਿੰਗ ਰੱਖੀ ਜਾਵੇ ਜੀ, ਸੈਨੀਟਾਈਜ਼ਿੰਗ ਕਰੋ ਪ੍ਰੋਪਰ ਜੀ, ਮਤਲਬ ਇਹ ਹਦਾਇਤਾਂ ਜਿਹਦਾ ਉਹਦੀ ਹਰ ਇੱਕ ਪਾਲਣਾ ਕਰੇ ਜੀ, ਇਹੀ ਸਰਕਾਰ ਅਵੇਅਰ ਕਰੇ ਜੀ। ਸੋ ਤੁਸੀਂ ਖੁਦ ਹੀ ਜਾਣਿਆ ਕਿ ਰੈਸਟੋਰੈਂਟ ਵਾਲਿਆਂ ਨੇ ਕੀ ਆਪਣਾ ਦਰਦ ਬਿਆਨ ਕੀਤਾ। ਉਹਨਾਂ ਨੇ ਇਹੀ ਕਿਹਾ ਕਿ ਸਰਕਾਰਾਂ ਨੂੰ ਜਿਹੜਾ ਕਿ ਰਿਸਟ੍ਰਿਕਸ਼ਨ ਹੋਣ ਨਾਲ ਜਿਹੜਾ ਕਿ ਸਾਫ਼ ਸਫਾਈ ਵੱਲ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਸਗੋਂ ਉਹਨਾਂ ਦੇ ਮੂਡ ਜਿਹੜੇ ਕੰਮ ਹੁੰਦੇ ਸੀ 9 ਵਜੇ ਤੋਂ ਬਾਅਦ ਹੀ ਸ਼ੁਰੂ ਹੁੰਦੇ ਸੀ, ਪਰ ਸਰਕਾਰਾਂ ਨੇ ਗਲਤ ਕੀਤਾ ਹੈ। 9 ਵਜੇ ਜੋ ਦੁਕਾਨਾਂ ਬੰਦ ਕਰਨ ਲਈ ਕਿਹਾ ਗਿਆ, ਸੋ ਉਹਨਾਂ ਨੇ ਇਹੀ ਸਾਡੇ ਮਾਧਿਅਮ ਰਾਹੀਂ ਅਪੀਲ ਕੀਤੀ ਕਿ ਸਰਕਾਰਾਂ ਨੂੰ ਸਾਫ਼ ਸਫਾਈ ਵੱਲ ਧਿਆਨ ਰੱਖਣਾ ਚਾਹੀਦਾ, ਜਦਕਿ ਜਿਹੜੀਆਂ ਕਿ ਪਾਬੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ। ਸੋ ਇਸ ਨਾਲ ਮੈਨੂੰ ਸੁਨੈਣ ਤੇ ਕੈਮਰਾਮੈਨ ਸੁਖਨੰਦਨ ਦੀ ਇਜਾਜ਼ਤ। ਧੰਨਵਾਦ। ਜੇਕਰ ਤੁਸੀਂ ਦਿਮਾਗੀ ਕਮਜ਼ੋਰੀ ਤੋਂ ਹੋ ਪਰੇਸ਼ਾਨ, ਜਿਵੇਂ ਯਾਦਦਾਸ਼ਤ ਕਮਜ਼ੋਰ ਹੋਣਾ, ਡਰ ਲੱਗਣਾ, ਉਦਾਸ ਰਹਿਣਾ, ਨੀਂਦ ਨਾ ਆਉਣਾ ਜਾਂ ਹਰ ਸਮੇਂ ਚਿੰਤਾ ਵਿੱਚ ਰਹਿਣਾ, ਤਾਂ ਅੱਜ ਹੀ ਮਿਲੋ ਡਾਕਟਰ ਲਲਿਤ ਵਰਮਾ ਨੂੰ। ਪਤਾ ਨੋਟ ਕਰੋ, ਵਰਮਾ ਆਯੁਰਵੇਦ ਦਵਾਖਾਨਾ, ਨਾਈਆਂ ਵਾਲਾ ਚੌਂਕ, ਫਗਵਾੜਾ। ਫੋਨ ਨੰਬਰ 9814 66471, 9815 66471। ਹਰ ਸ਼ਨੀਵਾਰ ਡਾਕਟਰ ਲਲਿਤ ਵਰਮਾ ਨੂੰ ਸਬਜ਼ੀ ਮੰਡੀ ਨੇੜੇ ਪੈਟਰੋਲ ਪੰਪ ਨਵਾਂਸ਼ਹਿਰ ਮਿਲੋ।